कि भगवंत मान जी अगर ये सोच रहे हैं कि ये आम जनता का नाम लोगों ले करके कि हम आम जनता के लिए खड़े हैं, पंजाब में जो बदलाव का हमने सोच अपनाया और बदलाव लाए, तो कांग्रेस की सरकार में भी और अकाली की भी सरकार में भी मजदूरों के हक में कोई फैसला नहीं हुआ है। आज भी मजदूर रोड पे है और आने वाले समय में भी जो हालात और जो ISPCs की धक्काशाही हो रही है, जिस तरीके का जो है मतलब टार्चर किया जा रहा है एक तरीके से, तो मुझे पूरा लगता है कि ये न्याय जो है मजदूरों के हक में नहीं हो रहा है। और भगवंत मान जी इतना जरूर आप बात का ध्यान रखिएगा कि अगर आम जनता अगर रोड पे उतरती है और जब वो चिल्लाती है तो भूचाल आना निश्चित है। हम तो भगवान मान भी बोल रहे कि वो भी हमारे बारे में सोचे, हमारे घरों आके जान के देखे, हमारे घरों हमारे चूल्हे जल रहे हैं या नहीं जल रहे हैं, किसी को क्या पता कि जल रहे हैं कि नहीं जल रहे। हम सब्जी नाल रोटी खा रहे हैं या नमक नाल रोटी खा रहे हैं, कौन देख रहा हमें? कोई देख रहा हमें? ਕੀ ਵਾਪਰਿਆ ਜਦੋਂ ਤੁਹਾਡੇ ਨਾਲ, ਜਦੋਂ ਤੁਹਾਨੂੰ ਰਿਟਾਇਰਮੈਂਟ ਦੇਣ ਲਈ ਕੀ ਵਾਪਰਿਆ ਉਦੋਂ ਘਟਨਾ? 750 ਬੰਦਾ ਜੀ, ਕਿਉਂਕਿ ਵਿੱਚ ਅਸੀਂ 12 ਬੰਦੇ ਆ ਜਿਨ੍ਹਾਂ ਨੇ ਸਾਈਨ ਨਹੀਂ ਕੀਤੇ। ਬਾਕੀ ਇਹਨਾਂ ਨੇ ਸਾਰਿਆਂ ਬੰਦਿਆਂ ਤੋਂ ਬਹੁਤ ਜ਼ਬਰਦਸਤੀ ਸਾਈਨ ਕੀਤੇ। ਹਾਂਜੀ, ਅਸੀਂ ਅੜ ਗਏ ਵੀ ਅਸੀਂ ਨਹੀਂ ਸਾਈਨ ਕਰਨੇ। ਇਹਨਾਂ ਨੇ ਸਾਨੂੰ ਬਹੁਤ ਤਕਲੀਫਾਂ ਦਿੱਤੀਆਂ, ਮਸ਼ੀਨਾਂ 'ਤੇ ਸਪੀਡਾਂ ਵਧਾ ਦਿੱਤੀਆਂ, ਸਪੀਡਾਂ ਇੰਨੀਆਂ ਵਧਾ ਦਿੱਤੀਆਂ ਕਿ ਬੰਦਾ ਕੰਮ ਨਾ ਕਰ ਪਾਏ। ਅਤੇ ਉੱਪਰੋਂ ਜਿਹੜੀ ਹਵਾ ਆਉਂਦੀ ਦੀ ਜੂਨ ਜੁਲਾਈ ਦੇ ਮਹੀਨੇ ਠੰਡੀ ਹਵਾ, ਉਹ ਬੰਦ ਕਰ ਦਿੱਤੀ। ਟੇਬਲ ਜਿਹੜੇ ਦਿੱਤੇ ਹੋਏ ਉਹ ਟੇਬਲ ਵੀ ਚੱਕ ਲਏ ਕਿ ਖੜ੍ਹ ਕੇ ਨੌਕਰੀ ਕਰੋ 8 ਘੰਟੇ। 750 ਪੱਕਾ ਵਰਕਰ ਸੀ ਕਿ ਤੁਸੀਂ ਵਰਕਰਾਂ ਦੀ ਸੰਖਿਆ 100 ਤੋਂ ਨੀਚੇ ਲਿਆਓ, ਫਿਰ ਤੁਹਾਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਪੈਣੀ। ਉਸ ਤੋਂ ਬਾਅਦ ਜੀ ਸਾਰਾ ਤਾਂਡਵ ਚੱਲਿਆ। ਇੱਕ ਇਹਨਾਂ ਨੇ ਲੈਟਰ ਬਣਾਇਆ ਕਿ ਮੈਂ ਆਪਣੀ ਪਰਸਨਲ ਪ੍ਰੋਗਰਾਮ ਕਰਕੇ ਫਿਲਿਪਸ ਦੀ ਨੌਕਰੀ ਛੱਡ ਰਿਹਾ। ਉਹ ਲੈਟਰ ਟਾਈਪ ਕਰਾ ਕੇ ਲੋਕਾਂ ਤੋਂ ਸਾਈਨ ਕਰਾਉਣੇ ਸ਼ੁਰੂ ਕਰ ਦਿੱਤੇ। ਜਿਹੜਾ ਨਹੀਂ ਸੀ ਕਰਾਉਂਦਾ ਉਹਦੇ ਝੂਠੇ ਦਾ ਚੋਰੀ ਦਾ ਇਲਜ਼ਾਮ ਲਗਾਉਂਦੇ ਸੀਗੇ, ਟੌਰਚਰ ਕਰਦੇ ਸੀਗੇ। ਮਤਲਬ ਕਿ ਐਸੇ ਟੌਰਚਰ ਹੋਏ ਜਿਹੜੇ ਆਪਾਂ ਮੋਹਾਲੀ ਵਰਗੇ ਸ਼ਹਿਰ 'ਚ ਸੋਚ ਵੀ ਨਹੀਂ ਸਕਦੇ। ਸਤਿ ਸ਼੍ਰੀ ਅਕਾਲ ਦੋਸਤੋ, ਰੇਡੀਓ ਸਪਾਈਸ ਸਮੇਂ ਦੀ ਆਵਾਜ਼ ਰੇਡੀਓ ਸਪਾਈਸ ਤੇ ਤੁਹਾਡਾ ਨਿੱਘਾ ਸਵਾਗਤ ਹੈ। ਦੋਸਤੋ, ਫਿਲਿਪਸ ਕੰਪਨੀ ਦਾ ਨਾਮ ਤਕਰੀਬਨ ਸਾਡੇ ਹਰੇਕ ਦਰਸ਼ਕ ਨੇ ਸੁਣਿਆ ਹੋਊਗਾ। ਫਿਲਿਪਸ ਕੰਪਨੀ ਦੇ ਰੇਡੀਓ ਪਹਿਲਾਂ ਬਹੁਤ ਮਸ਼ਹੂਰ ਹੁੰਦੇ ਸੀ। ਇਸ ਤੋਂ ਬਿਨਾਂ LED ਬੱਲਬ ਨੇ, ਟਿਊਬਾਂ ਨੇ, ਹੋਰ ਬਹੁਤ ਸਾਰੀਆਂ ਇਲੈਕਟ੍ਰੀਕਲ ਚੀਜ਼ਾਂ ਨੇ ਜਿਹੜੀਆਂ ਉਹ ਫਿਲਿਪਸ ਕੰਪਨੀ ਵੱਲੋਂ ਬਣਾਈਆਂ ਜਾਂਦੀਆਂ ਨੇ। ਪਰ ਉਸ ਕੰਪਨੀ ਜਿਹੜੀ ਤਕਰੀਬਨ 36 ਦੇਸ਼ਾਂ ਦੇ ਵਿੱਚ ਬੜੇ ਮੁਨਾਫੇ ਦੇ ਵਿੱਚ ਚੱਲ ਰਹੀ ਆ, ਉਸ ਕੰਪਨੀ ਦਾ ਮੋਹਾਲੀ 'ਚ ਜਿਹੜਾ ਯੂਨਿਟ ਚੱਲਦਾ ਸੀ ਉਹਨੂੰ ਬੰਦ ਕਰ ਦਿੱਤਾ ਗਿਆ। 1500 ਦੇ ਕਰੀਬ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਔਰ ਉਹਨਾਂ ਮੁਲਾਜ਼ਮਾਂ ਨੂੰ ਜਬਰੀ ਰਿਟਾਇਰਮੈਂਟ ਦੇ ਕੇ, ਧੱਕੇ ਨਾਲ ਰਿਟਾਇਰਮੈਂਟ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ। ਔਰ ਇੱਕਦਮ ਜਿਹੜੀ ਆਰਥਿਕਤਾ ਉਹਨਾਂ ਘਰਾਂ ਦੀ ਜਦੋਂ ਰੁਕੀ, ਉਹਨਾਂ ਘਰਾਂ ਦੇ ਚੁੱਲ੍ਹੇ ਜਿਹੜੇ ਬਲਣੇ ਬੰਦ ਹੋਏ, ਉਸ ਤੋਂ ਬਾਅਦ ਲਗਾਤਾਰ ਉਹ 1500 ਮੁਲਾਜ਼ਮ ਜਿਹੜਾ ਸਟਰਗਲ ਦੇ ਰਾਹ ਦੇ ਉੱਤੇ ਆ, ਸੰਘਰਸ਼ ਦੇ ਰਾਹ ਦੇ ਉੱਤੇ ਆ। ਆਪਣੇ ਨਾਲ ਫਿਲਿਪਸ ਕੰਪਨੀ ਦੇ ਜਿਹੜੇ ਵਰਕਰ ਨੇ ਜਿਨ੍ਹਾਂ ਨੂੰ ਕੱਢਿਆ ਗਿਆ, ਉਹ ਨੇ ਆਪਾਂ ਗੱਲ ਕਰਾਂਗੇ, ਪੂਰੀ ਕਹਾਣੀ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਜੀ ਜਤਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਫਿਲਿਪਸ ਇੰਪਲਾਈ ਸੰਘਰਸ਼ ਕਮੇਟੀ। ਅੱਛਾ, ਇਹ ਕੰਪਨੀ ਦਾ ਜਿਹੜਾ ਯੂਨਿਟ ਆ ਬੰਦ ਕੀਤਾ ਗਿਆ, ਤੁਸੀਂ ਜਿਵੇਂ ਦੱਸਿਆ ਪਹਿਲਾਂ ਗੱਲਬਾਤ ਦੇ ਦੌਰਾਨ, ਕੀ ਵਜ੍ਹਾ ਕੀ ਰਹੀ ਕਿ ਕੰਪਨੀ ਦਾ ਯੂਨਿਟ ਆ ਜਿਹੜਾ ਬੰਦ ਕਿਉਂ ਕਰ ਦਿੱਤਾ ਗਿਆ? ਕੀ ਘਾਟੇ 'ਚ ਚੱਲ ਰਿਹਾ ਸੀ ਜਾਂ ਕੋਈ ਹੋਰ ਵਜ੍ਹਾ ਸੀ? ਇਸ ਕੰਪਨੀ ਦੇ ਜੀ ਜਿਹੜਾ ਪਲਾਟ ਵੇਚਿਆ ਗਿਆ, ਮੇਨ ਕਾਰਨ ਇਹਦਾ ਹੀ ਹੈ ਕਿ ਪਲਾਟਾਂ ਦੀ ਕੀਮਤਾਂ ਗਈਆਂ ਵੱਧ। 2013 ਵਿੱਚ ਇਹਨਾਂ ਨੇ ਆਪਣਾ ਮੈਨੇਜਮੈਂਟ ਤੇ ਕੁਝ ਨੇਤਾਵਾਂ IAS ਅਫਸਰ ਮਿਲ ਕੇ ਇੱਕ ਸਕੀਮ ਬਣਾਈ ਕਿ ਹੁਣ ਜਿਹੜੇ ਉਹਦੇ ਵਰਕਰ ਆ ਇਹਨਾਂ ਦੀ ਸੈਲਰੀ ਵਧਣ ਲੱਗ ਗਈਆਂ ਤੇ ਕੰਪਨੀ ਪ੍ਰੋਫਿਟ 'ਚ ਜਾ ਰਹੀ ਸੀਗੀ ਚੰਗੀ ਭਲੀ। ਪਲਾਟ ਹੁਣ ਕਰੋੜ ਅਰਬਾਂ ਰੁਪਏ ਦਾ ਹੋ ਗਿਆ। 27 ਏਕੜ ਦਾ ਪਲਾਟ ਸੀ ਜੀ। ਇਹਨਾਂ ਨੇ ਫੈਕਟਰੀ ਬੰਦ ਕਰਨੀ ਸੀਗੀ ਤੇ ਫੈਕਟਰੀ ਬੰਦ ਕਰ ਨਹੀਂ ਸਕਦੇ ਸੀ ਕਿਉਂਕਿ ਜਿਹੜਾ ਸਾਡਾ ਪਲਾਟ ਆ ਉਹ ਮੁਨਾਫੇ 'ਚ ਜਾ ਰਿਹਾ ਸੀਗਾ, ਸਿੱਖ ਯੂਨਿਟ ਨਹੀਂ ਸੀਗਾ। ਤੇ ਇਹਦੇ ਨਾਲ ਲੇਬਰ ਡਿਪਾਰਟਮੈਂਟ ਨਾਲ ਮਿਲ ਕੇ ਮੈਨੇਜਮੈਂਟ ਨੇ ਇੱਕ ਚਾਲ ਚੱਲੀ। ਇੱਥੇ ਦੀ ਇੱਕ ਐਡੀਸ਼ਨਲ ਲੇਬਰ ਸੈਕਟਰ ਮੋਨਾਪੁਰੀ, ਉਹਨਾਂ ਨੇ ਡਿਪਾਰਟਮੈਂਟ ਨੂੰ ਸਲਾਹ ਦਿੱਤੀ ਕਿ ਤੁਸੀਂ ਕਿਸੇ ਤਰ੍ਹਾਂ ਇਸ ਜਿਹੜੇ ਤੁਹਾਡੇ 1500 ਉੱਪਰ ਵਰਕਰ ਆ, 750 ਪੱਕਾ ਵਰਕਰ ਸੀ, ਕਿ ਤੁਸੀਂ ਵਰਕਰਾਂ ਦੀ ਸੰਖਿਆ 100 ਤੋਂ ਨੀਚੇ ਲਿਆਓ, ਫਿਰ ਤੁਹਾਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਪੈਣੀ। ਉਸ ਤੋਂ ਬਾਅਦ ਜੀ ਸਾਰਾ ਤਾਂਡਵ ਚੱਲਿਆ। ਇੱਕ ਇਹਨਾਂ ਨੇ ਲੈਟਰ ਬਣਾਇਆ ਕਿ ਮੈਂ ਆਪਣੀ ਪਰਸਨਲ ਪ੍ਰੋਗਰਾਮ ਕਰਕੇ ਫਿਲਿਪਸ ਦੀ ਨੌਕਰੀ ਛੱਡ ਰਿਹਾ।
ਉਹ ਲੈਟਰ ਟਾਈਪ ਕਰਾ ਕੇ ਲੋਕਾਂ ਤੋਂ ਸਾਈਨ ਕਰਾਉਣੇ ਸ਼ੁਰੂ ਕਰ ਦਿੱਤੇ। ਜਿਹੜਾ ਨਹੀਂ ਸੀ ਕਰਾਉਂਦਾ ਉਹਦੇ ਝੂਠੇ ਦਾ ਚੋਰੀ ਦਾ ਇਲਜ਼ਾਮ ਲਗਾਉਂਦੇ ਸੀਗੇ, ਟੌਰਚਰ ਕਰਦੇ ਸੀਗੇ। ਮਤਲਬ ਕਿ ਐਸੇ ਟੌਰਚਰ ਹੋਏ ਜਿਹੜੇ ਆਪਾਂ ਮੋਹਾਲੀ ਵਰਗੇ ਸ਼ਹਿਰ 'ਚ ਸੋਚ ਵੀ ਨਹੀਂ ਸਕਦੇ। ਪੁਲਿਸ ਇਹਨਾਂ ਦੀ ਸੀਗੀ, ਲੇਬਰ ਡਿਪਾਰਟਮੈਂਟ ਇਹਨਾਂ ਦਾ ਸੀ, ਇੰਡਸਟਰੀ ਡਿਪਾਰਟਮੈਂਟ ਇਹਨਾਂ ਦਾ ਸੀਗਾ। ਜਿੱਥੇ ਜਾਂਦੇ ਹੀ ਵਰਕਰ ਨੂੰ ਨਿਰਾਸ਼ਾ ਹੀ ਲੱਗਦੀ ਸੀ ਹੱਥ ਜੀ। ਲਾਸਟ ਵਿੱਚ ਇਹਨਾਂ ਨੇ ਇੱਦਾਂ ਦਾ ਤਾਂਡਵ ਕਰਕੇ ਸਾਰੇ ਤੋਂ ਸਾਈਨ ਸ਼ੁਰੂ ਕਰਾਉਣੇ ਕਰ ਦਿੱਤੇ। ਅਤੇ ਜਦੋਂ ਲਾਸਟ ਵਿੱਚ 2018 ਨੂੰ ਇੱਕ ਕੰਪਨੀ ਗੈਰ ਕਾਨੂੰਨੀ ਤਰੀਕੇ ਨਾਲ ਬੰਦ ਕਰ ਦਿੱਤੀ ਗਈ। ਉਦੋਂ ਅਸੀਂ ਪ੍ਰਿੰਸੀਪਲ ਸੈਕਟਰੀ ਨੂੰ ਲੈਟਰ ਲਿਖਿਆ ਸੀ ਕਿ ਫੈਕਟਰੀ 'ਚ ਗਲਤ ਤਰੀਕੇ ਨਾਲ ਬੰਦ ਹੋ ਰਹੀ ਆ। ਉਸ ਤੋਂ ਬਾਅਦ ਕੰਪਨੀ ਦਾ ਜੀ 25 ਉਹਦਾ ਚਲਾਨ ਕੱਟਿਆ ਗਿਆ। ਉਦੋਂ 112 ਬੰਦੇ ਉੱਥੇ ਕੰਮ ਕਰਦੇ ਪਾਏ ਗਏ ਸੀ। ਅਤੇ ਉਸ ਤੋਂ ਬਾਅਦ ਉਹ ਕੇਸ ਹਾਲੇ ਕੰਪਨੀ ਸੁਪਰੀਮ ਕੋਰਟ ਗਈ ਹੋਈ ਹੈ ਕੰਪਨੀ, ਅਤੇ ਉਰੇ ਸਰਕਾਰ ਨੇ ਚਲਾਨ ਕੀਤਾ ਹੋਇਆ। ਉਸ ਤੋਂ ਬਾਅਦ ਵੀ ਦੇਖੋ ਪਲਾਟ ਵਿਕ ਗਿਆ। 500 ਤੋਂ ਉੱਪਰ ਇਸ ਪਲਾਟ 'ਤੇ ਕੇਸ ਚੱਲ ਰਹੇ ਨੇ। ਫਿਰ ਵੀ ਪਲਾਟ ਜਿਸ ਦਿਨ ਰਜਿਸਟਰੀ ਹੋਈ ਆ, ਅਸੀਂ ਉਸ ਦਿਨ ਇੰਨਾ ਰੌਲਾ ਪਾਇਆ, ਦੱਸਿਆ ਕਿ ਇਹਦੀ ਰਜਿਸਟਰੀ ਨਹੀਂ ਹੋ ਸਕਦੀ, ਅਤੇ ਸਾਡੇ ਰਾਤ ਨੂੰ 5:30 ਵਜੇ ਰਜਿਸਟਰੀ ਹੋ ਜਾਂਦੀ ਹੈ ਜੀ। ਬੜੀ ਵੱਡੀ ਗੱਲ ਦੱਸੀ ਹੈ ਵੀ ਚੋਰੀ ਦੇ ਕੇਸ ਪਾ ਦਿੰਦੇ ਸੀ, ਇਲਜ਼ਾਮ ਲਾ ਦਿੰਦੇ ਸਾਰੇ ਸੀ। proof ਹੈ ਕੋਈ ਜੀ। ਇੱਥੇ ਬੰਦਾ ਹੈ ਤੁਹਾਡੇ ਨਾਲ ਇਸ ਵਕਤ ਜਿਨ੍ਹਾਂ ਨੂੰ ਇਸ ਇਲਜ਼ਾਮਾਂ ਦਾ ਸਾਹਮਣਾ ਕਰਨਾ? ਹਾਂਜੀ, ਆਹ ਦੇਖੋ ਜੀ, ਜੇ ਗੱਲ ਕਰਕੇ ਦੇਖੋ, ਇਹ ਉਹ ਬੰਦਾ ਜੀ ਜਿਹਨੇ ਇਸ ਲੈਟਰ 'ਤੇ ਸਾਈਨ ਨਹੀਂ ਮਾਰੇ। ਇਹਦੀ ਗੱਲਾਂ ਸੁਣ ਕੇ ਨਾ ਜੀ ਤੁਹਾਡੇ ਖੁਦ ਅੱਖਾਂ 'ਚੋਂ ਹੰਝੂ ਆ ਜਾਣਗੇ। ਔਰ ਸਰਦਾਰ ਬੰਦਾ ਝੂਠ ਬੋਲਦਾ ਨਹੀਂ ਹੈ ਜੀ। ਕੀ ਵਾਪਰਿਆ ਜਦੋਂ ਤੁਹਾਡੇ ਨਾਲ, ਜਦੋਂ ਤੁਹਾਨੂੰ ਰਿਟਾਇਰਮੈਂਟ ਦੇਣ ਲਈ ਕੀ ਵਾਪਰਿਆ ਉਦੋਂ? 750 ਬੰਦਾ ਜੀ, ਕਿਉਂਕਿ ਵਿੱਚ ਤੇ ਅਸੀਂ 12 ਬੰਦੇ ਆ ਜਿਨ੍ਹਾਂ ਨੇ ਸਾਈਨ ਨਹੀਂ ਕੀਤੇ। ਬਾਕੀ ਇਹਨਾਂ ਨੇ ਸਾਰਿਆਂ ਬੰਦਿਆਂ ਤੋਂ ਬਹੁਤ ਜ਼ਬਰਦਸਤੀ ਸਾਈਨ ਹਾਂਜੀ, ਅਸੀਂ ਅੜ ਗਏ ਵੀ ਅਸੀਂ ਨਹੀਂ ਸਾਈਨ ਕਰਨੇ। ਇਹਨਾਂ ਨੇ ਸਾਨੂੰ ਬਹੁਤ ਤਕਲੀਫਾਂ ਦਿੱਤੀਆਂ। ਮਸ਼ੀਨਾਂ 'ਤੇ ਸਪੀਟਾਂ ਵਧਾ ਦਿੱਤੀਆਂ, ਸਪੀਟਾਂ ਇੰਨੀਆਂ ਵਧਾ ਦਿੱਤੀਆਂ ਕਿ ਬੰਦਾ ਕੰਮ ਨਾ ਕਰ ਪਾਏ। ਅਤੇ ਉੱਪਰੋਂ ਜਿਹੜੀ ਹਵਾ ਆਉਂਦੀ ਦੀ ਜੂਨ ਜੁਲਾਈ ਦੇ ਮਹੀਨੇ ਠੰਡੀ ਹਵਾ, ਉਹ ਬੰਦ ਕਰ ਦਿੱਤੀ। ਟੇਬਲ ਜਿਹੜੇ ਦਿੱਤੇ ਹੋਏ ਉਹ ਟੇਬਲ ਵੀ ਚੱਕ ਲਏ ਕਿ ਖੜ੍ਹ ਕੇ ਨੌਕਰੀ ਕਰੋ 8 ਘੰਟੇ। ਅਤੇ ਉਹਦੇ ਬਾਅਦ ਫਿਰ ਜਦ ਅਸੀਂ ਨਾ ਸਾਈਨ ਕੀਤੇ, ਫਿਰ ਇਹਨਾਂ ਨੇ ਮਸ਼ੀਨਾਂ ਦੇ ਵਿੱਚ 2-2000 ਵਾਟ ਦੇ ਹੀਟਰ ਲੱਗੇ ਹੋਏ ਸੀ, ਉਹ ਖੋਲ੍ਹਤੇ ਤਾਂ ਕਿ ਪਾਣੀ ਬੰਦੇ ਦੇ ਉੱਪਰ ਤੋਂ ਲੈ ਕੇ ਨੀਚੇ ਤੱਕ ਪਾਣੀ ਚੋਂਦਾ ਸੀ। ਨਾ ਉੱਧਰ ਨੂੰ ਅੱਖ ਹੁੰਦੀ ਦੀ, ਨਾ ਉੱਧਰ ਨੂੰ ਮੂੰਹ ਹੁੰਦਾ, ਕੁਛ ਨਹੀਂ, ਉੱਧਰ ਨੂੰ ਦੇਖ ਨਹੀਂ ਸਕਦਾ ਸੀ ਬੰਦਾ। 5-5 ਫੁੱਟ ਤੱਕ ਜਿਹੜੀ ਉਹ ਸੇਕ ਮਾਰਦੀ ਸੀ ਮਸ਼ੀਨ 'ਚੋਂ। ਤਾਂ ਇਹਨਾਂ ਨੇ ਸਾਡਾ ਬਹੁਤ ਬੁਰਾ ਹਾਲ ਕੀਤਾ। 25-26 ਦਿਨ ਸਾਨੂੰ ਉਹ ਹੀਟਰਾਂ ਦੇ ਮੂਹਰੇ ਖੜਾਇਆ ਗਿਆ, ਪਰ ਅਸੀਂ ਫਿਰ ਵੀ ਜਿਹੜੇ ਸਾਈਨ ਨਹੀਂ ਕੀਤੇ। ਤਾਂ ਸਾਨੂੰ ਇਹਨਾਂ ਨੇ ਫਿਰ ਅੰਦਰ ਬੰਦ ਕਮਰੇ 'ਚ ਬੰਦ ਕਰਕੇ ਉੱਥੇ ਇਹਨਾਂ ਨੇ ਸਾਰੀ ਮੈਨੇਜਮੈਂਟ ਨੇ ਸਾਨੂੰ ਦਬਕੇ ਮਾਰੇ ਕਿ ਅਸੀਂ ਅੱਜ ਤੱਕ ਕੋਈ ਅਫਸਰ, ਕੋਈ ਵਰਕਰ, ਕੋਈ ਸਟਾਫ ਮੈਂਬਰ ਅੱਜ ਇਸ ਕਮਰੇ ਤੋਂ ਬਾਹਰ ਨਹੀਂ ਜਾਣ ਦਿੱਤਾ ਬਿਨਾਂ ਸਾਈਨ ਕੀਤੇ ਤੋਂ। ਤੁਸੀਂ 12 ਬੰਦੇ ਕਿਆ ਕਰਨਗੇ ਸਾਡਾ? ਤਾਂ ਅਸੀਂ ਕਿਹਾ ਵੀ ਅਸੀਂ ਇੱਦਾਂ ਸਾਈਨ ਨਹੀਂ ਕਰਦੇ, ਜੋ ਰਫ ਪੇਪਰ ਹੈ ਉਸਕੇ ਉੱਪਰ ਅਸੀਂ ਸਾਈਨ ਨਹੀਂ ਕਰਾਂਗੇ। ਸਾਨੂੰ ਦਿਖਾਇਆ ਜਾਵੇ ਵੀ ਜਿਹੜਾ ਪੈਸਾ ਕਿਸ ਹਿਸਾਬ ਨਾਲ ਦੇ ਰਹੇ ਤੁਸੀਂ। ਉਹਨਾਂ ਨੇ ਸਾਨੂੰ ਇਨਕਾਰ ਕਰ ਦਿਆ, ਕੋਈ ਸਾਨੂੰ ਕਾਗਜ਼ ਨਹੀਂ ਦਿਖਾਇਆ, ਕੋਈ ਐਗਰੀਮੈਂਟ ਨਹੀਂ ਦਿਖਾਇਆ। ਸਾਡੀ ਯੂਨੀਅਨ ਵੀ ਗੈਲ ਮਿਲੀ ਹੋਈ ਸੀ ਅਤੇ ਸਾਡੇ ਮੈਨੇਜਮੈਂਟ ਤਾਂ ਹੈ ਹੀ ਦੀ। ਅਤੇ ਸਾਡੇ ਯੂਨੀਅਨ ਨੇ ਕਾਫੀ ਲੀਡਰ ਹੈਗੇ, ਸਰਦਾਰ ਕੇਸਰ ਸਿੰਘ ਦਾ ਅਤੇ ਮਾਮਚੰਦ ਮਿਸਰਾ ਦਾ ਅਤੇ ਕੁਲਦੀਪ ਡੋਗਰਾ ਦਾ, ਸੋਹਣ ਲਾਲ ਦਾ ਅਤੇ ਗਗਨ ਗਲੇਰੀਆ ਦਾ, ਅਤੇ ਕਾਫੀ ਬੰਦੇ ਇਹ ਜਿਹੜੇ ਵਿੱਚ ਇਨਵੋਲਵ ਤੇ। ਇਹਨਾਂ ਨੂੰ ਸੁਣਨੇ ਮਾ ਤਾਂ ਇਹ ਵੀ ਆ ਰਿਹਾ ਕਿ ਇਹਨਾਂ ਨੂੰ ਸਪੀਡ ਗੱਡੀਆਂ ਵੀ ਦਈਆਂ ਗਈਆਂ 2-3 ਲੀਡਰਾਂ ਨੂੰ। ਅਤੇ ਇਹਨਾਂ ਨੇ ਵਰਕਰਾਂ ਦਾ ਬਹੁਤ ਨਜਾਇਜ਼ ਧੱਕਾ ਕਰਾ ਕੇ ਇਹਨਾਂ ਨੇ ਜਿਹੜੇ ਸਾਈਨ ਕਰਵਾਏ। ਲੀਡਰ ਬਿਲਕੁਲ ਆਪ ਹੀ ਰਜਾਇਨ 'ਤੇ ਸਾਈਨ ਕਰਵਾਉਂਦੇ ਤੇ ਵਰਕਰਾਂ ਤੋਂ ਲੈ ਕੇ ਮੈਨੇਜਮੈਂਟ ਕੋਲ ਫੜ ਕੇ ਲੈ ਜਾਂਦੇ ਸੀ ਕਿ ਚਲੋ ਤੁਸੀਂ ਉੱਥੇ ਜਾਓ ਅਤੇ ਸਾਈਨ ਕਰਕੇ ਆਓ। ਅਤੇ ਆਪ ਹੀ ਗਵਾਹੀਆਂ ਮੰਨਦੇ ਤੇ, ਇੱਕ ਬੰਦੇ ਨੂੰ ਗਵਾਹ ਵੀ ਆਪ ਹੀ ਬਣਾਉਂਦੇ। ਅਜੇ ਤੱਕ ਵੀ ਸਾਈਨ ਨਹੀਂ? ਅਸੀਂ ਅੱਜ ਤੱਕ ਸਾਈਨ ਨਹੀਂ ਕੀਤੇ। ਸਾਨੂੰ ਹੁਣ ਮੁਲਾਜ਼ਮ ਹੈਗੇ ਤੁਸੀਂ ਫਿਲਿਪਸ? ਨਹੀਂ, ਸਾਨੂੰ ਬਾਹਰ ਕੱਢ ਦਿੱਤਾ ਗਿਆ। ਅਸੀਂ ਸਭ ਕਿਤੇ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ, ਲੇਬਰ ਡਿਪਾਰਟਮੈਂਟ ਵੀ ਦਿੱਤੀ ਹੋਈ, SSP ਵੀ ਦਿੱਤੀ ਹੋਈ ਹੈ, DC ਨੂੰ ਵੀ ਦਿੱਤੀ ਹੋਈ ਹੈ, ਸਾਡੀ ਕਿਤੇ ਸੁਣਾਈ ਨਹੀਂ ਹੋਈ। ਅਤੇ ਹੁਣ ਤੱਕ ਅਸੀਂ ਲੇਬਰ ਕੋਰਟ ਦੇ ਧੱਕੇ ਖਾ ਰਹੇ ਹਾਂ। ਔਰ ਜਿੱਦਣ ਸਾਡੀ ਤਰੀਕ ਹੁੰਦੀ ਹੈ ਉਦਣ ਜੱਜ ਸਾਹਿਬ ਛੁੱਟੀ 'ਤੇ ਹੁੰਦੇ ਆ। ਸਾਡੀ ਤਰੀਕ ਇਹ ਮੈਨੇਜਮੈਂਟ ਹੱਲ ਵੀ ਆਪਣੀ ਮਰਜ਼ੀ ਨਾਲ ਪਵਾ ਰਹੀ ਹੈ। ਇਹ IAS ਆਫੀਸਰ ਵੀ ਮਿਲੇ ਹੋਏ ਆ ਇਸ ਕੱਪੜੇ ਦੇ ਵਿੱਚ? ਹਾਂਜੀ, ਮਿਲੇ ਹੋਏ ਆ, ਬਿਲਕੁਲ ਮਿਲੇ ਹੋਏ ਆ, ਤਾਂ ਹੀ ਇਹ ਕੰਮ ਹੋਇਆ ਹੈ। ਹਾਂਜੀ, ਆਹ ਦੇਖੋ ਜੀ, ਜਿਸ ਲੈਟਰ ਤੇ ਇਹਨਾਂ ਨੇ ਸਾਈਨ ਕਰਾਏ ਡਿਊ ਟੂ ਮਾਈ ਪਰਸਨਲ ਰੀਜ਼ਨ, ਇਹ ਖਾਲੀ ਕਾਗਜ਼ ਤੇ ਸਾਈਨ ਕਰਾਏ ਗਏ, ਵਰਕਰ ਦੇ ਅੰਗੂਠੇ ਲਾਏ ਗਏ ਆ। ਇਹ ਸਾਰੀਆਂ ਤਰੀਕਾਂ SK ਸਾਗ ਨੇ ਖੁਦ ਭਰੀਆਂ ਜੀ ਕਿ ਮੈਂ ਆਪਣੀ ਪਰਸਨਲ ਪ੍ਰੋਬਲਮ ਕਰਕੇ ਨੌਕਰੀ ਛੱਡ ਰਿਹਾ ਜੀ। ਫਿਲਿਪਸ ਵਰਗੀ ਨੌਕਰੀ 750 ਬੰਦੇ ਤੇ ਇਸ ਲੈਟਰ ਤੇ ਸਾਈਨ ਕਰਾਏ ਗਏ ਆ ਜੀ ਕਿ ਮੈਂ ਆਪਣੀ ਪਰਸਨਲ ਪ੍ਰੋਬਲਮ ਕਰਕੇ ਨੌਕਰੀ ਛੱਡ ਰਿਹਾ। ਜਿਹੜਾ ਨਹੀਂ ਸੀ ਕਰਦਾ ਉਹਨੂੰ ਤਾਂ ਫਿਰ ਇਹਨਾਂ ਦਾ ਟੌਰਚਰ ਸ਼ੁਰੂ ਹੋ ਜਾਂਦਾ ਸੀ ਜੀ। ਕੀ ਲੱਗਦਾ ਵੀ ਜਿਹੜਾ ਇੱਥੇ ਕੀਮਤਾਂ ਵੱਧ ਰਹੀਆਂ ਨੇ ਪਲਾਟਾਂ ਦੀਆਂ, ਥਾਵਾਂ ਦੀਆਂ ਕੀਮਤਾਂ ਮੋਹਾਲੀ ਦੇ ਵਿੱਚ ਵੱਧ ਰਹੀਆਂ ਨੇ, ਇਸ ਵਜ੍ਹਾ ਕਰਕੇ ਸਾਰਾ ਭਾਣਾ ਵਾਪਰਿਆ? ਇਹ ਸਾਰੇ ਜੀ ਕੀਮਤਾਂ ਵੱਧ ਗਈਆਂ ਤੇ ਵਰਕਰ ਇਹਨਾਂ ਨੂੰ ਚੁਭਣ ਲੱਗ ਗਿਆ। ਇਹਨਾਂ ਨੇ ਸੋਚਿਆ ਕਿ ਹੁਣ ਪਲਾਨ ਕੀਤਾ ਕਿ ਪਲਾਟ ਵੇਚ ਕੇ ਨਿਕਲੋ। ਤੇ ਉੱਪਰਲੇ ਸਾਰੇ IAS ਅਫਸਰ ਹੋ ਗਏ, ਮੰਤਰੀ ਹੋ ਗਏ, ਉਹ ਇਹਨਾਂ ਨਾਲ ਮਿਲੇ ਹੋਏ ਸੀਗੇ। ਕੰਪਨੀ ਦੇ ਚੇਅਰਮੈਨ ਦੇ IAS ਆਫੀਸਰ ਤੇ ਮੰਤਰੀ ਸਾਰੇ ਮਿਲੇ ਹੋਏ ਜੀ, ਸਾਰੇ ਮਿਲੇ ਹੋਏ ਆ। ਮੈਂ ਰਜਿਸਟਰੀ ਦੀਆਂ ਇੰਨੀਆਂ ਦੇਖੋ ਆ ਸਾਰੀਆਂ IAS ਅਫਸਰ ਨੂੰ, PCS ਨੂੰ, SSP ਮੋਹਾਲੀ ਨੂੰ ਸਾਰੀਆਂ ਕੰਪਲੇਂਟਾਂ ਜੀ। ਆ ਦੇਖੋ ਪ੍ਰਿੰਸੀਪਲ ਸੈਕਟਰੀ
ਸੈਕਟਰੀ ਕਿੱਥੇ ਕਿੱਥੇ ਦਿੱਤੀਆਂ ਹੋਈਆਂ, ਚੀਫ ਮਿਨਿਸਟਰ ਪੰਜਾਬ, SSP DC ਨੂੰ ਕੋਈ ਕਾਰਵਾਈ ਨਹੀਂ ਹੋਈ ਜੀ। ਦੇਖੋ ਦੇਖੋ ਪ੍ਰਿੰਸੀਪਲ ਸੈਕਟਰੀ ਨੂੰ, ਹੁਣ ਜਿਹੜੇ IAS ਅਫਸਰ ਇਕੱਠੇ ਹੋ ਰਹੇ ਨੇ, ਉਸ ਟਾਈਮ ਨਹੀਂ ਇਹਨਾਂ ਨੂੰ, ਜਿਹਨਾਂ ਨੂੰ ਅਸੀਂ ਮਿਲਦੇ ਸੀਗੇ ਕਿ ਫੈਕਟਰੀ ਬੰਦ ਹੋ ਰਹੀ ਆ, ਉਸ ਟਾਈਮ ਕਾਰਵਾਈਆਂ ਕਿਉਂ ਨਹੀਂ ਕੀਤੀਆਂ ਗਈਆਂ। ਆਹ ਦੇਖੋ ਰਜਿਸਟਰੀ ਵਾਲੇ ਦਿਨ ਮੈਂ ਜਾ ਕੇ ਮਿਲਿਆ ਕਿ ਰਜਿਸਟਰੀ ਹੋ ਰਹੀ ਹੈ ਜੀ, ਇਹਨੂੰ ਰੋਕਿਆ ਜਾਵੇ। ਕਿਤੇ 500 ਤੋਂ ਉੱਪਰ ਕੇਸ ਚੱਲ ਰਹੇ ਨੇ। ਇਹ ਅਸੀਂ ਜਾ ਕੇ DC ਨੂੰ ਮਿਲਿਆ, DC ਤੇ ਡੈਰੀ ਹੋਇਆ, ਇਹ ਰਜਿਸਟਰਾਰ ਦੇ ਡੈਰੀ ਹੋਇਆ, ਤਹਿਸੀਲਦਾਰ ਦਾ। ਸਾਨੂੰ ਇਹਨਾਂ ਨੇ ਜਿਸ ਦਿਨ ਅਸੀਂ ਗਏ ਆ, ਅਸੀਂ ਜਾ ਕੇ ਬਲਵੀਰ ਸਿੱਧੂ ਨੂੰ ਮਿਲੇ, ਉਦੋਂ ਲੇਬਰ ਮੰਤਰੀ ਸੀਗੇ। ਔਰ ਦੇਖੋ ਵਿਚਾਰਨ ਵਾਲੀ ਗੱਲ ਹੈ, ਉਸੇ ਟਾਈਮ ਉੱਤੇ ਸੁੰਦਰ ਸ਼ਾਮ ਅਰੋੜਾ ਵੀ ਸੀ, ਜੋ ਇੰਡਸਟਰੀ ਮੰਤਰੀ ਆ, ਅੱਜ ਜੇਲ੍ਹ 'ਚ ਆ। ਅਤੇ ਸਾਨੂੰ ਇਹਨਾਂ ਨੇ ਆਸ਼ਵਾਸਨ ਦਵਾਇਆ ਕਿ ਤੁਸੀਂ ਜਾਓ, ਰਜਿਸਟਰੀ ਨਹੀਂ ਹੋਏਗੀ। ਅਸੀਂ ਜਾ ਕੇ ਜਦ DC ਨੂੰ ਮਿਲੇ, DC ਨੇ ਵੀ ਸਾਡੇ ਨਾਲ ਬੜੇ ਵਧੀਆ ਗੱਲ ਕੀਤੀ ਕਿ ਰਜਿਸਟਰੀ ਨਹੀਂ ਹੋਗੀ, ਤੁਹਾਡਾ ਇੰਨੇ ਕੇਸ ਹੈ, ਤੁਸੀਂ SDM ਨੂੰ ਮਿਲੋ। ਉਸ ਤੋਂ ਬਾਅਦ ਸਾਡੀ ਟੀਮ SDM ਨੂੰ ਮਿਲੀ, SDM ਨੇ ਵੀ ਬੜੇ ਵਧੀਆ ਗੱਲ ਕੀਤੀ। ਫਿਰ ਅਸੀਂ ਤਹਿਸੀਲਦਾਰ ਨੂੰ ਮਿਲੇ, ਤਹਿਸੀਲਦਾਰ ਕਹਿੰਦਾ ਤੁਹਾਨੂੰ ਜਦੋਂ ਇਹਦੀ ਰਜਿਸਟਰੀ ਹੋਏਗੀ ਅਸੀਂ ਤੁਹਾਡਾ ਪੱਖ ਸੁਣਾ ਜਾਵਾਂਗੇ, ਦੋਨੋਂ ਪਾਰਟੀਆਂ ਨੂੰ ਸਾਹਮਣੇ ਬਣਾਵਾਂਗੇ। ਅਸੀਂ ਘਰੇ ਆ ਗਏ ਜੀ। ਅਗਲੇ ਦਿਨ ਅਸੀਂ ਜਾ ਕੇ ਪੁੱਛਦੇ ਆ, ਪਤਾ ਚੱਲਦਾ ਪਹਿਲਾਂ ਤਾਂ ਕੁਝ ਦੱਸਿਆ ਨਹੀਂ, ਬਾਅਦ ਵਿੱਚ ਦੇਖਿਆ ਕਿ 5:30 ਵਜੇ ਤੋਂ ਬਾਅਦ ਰਜਿਸਟਰੀ ਹੋ ਜਾਂਦੀ ਆ। ਇਹ ਸਾਡੀਆਂ ਕੰਪਲੇਂਟਾਂ ਕੀਤੀਆਂ ਹੋਈਆਂ ਕਿ 500 ਤੋਂ ਉੱਪਰ ਕੇਸ ਚੱਲ ਰਿਹਾ, ਸੁਪਰੀਮ ਕੋਰਟ 'ਚ ਕੇਸ ਪੈਂਡਿੰਗ ਹਾਲੇ, ਕਿ ਇਹਦੀ ਰਜਿਸਟਰੀ ਨਾ ਕੀਤੀ ਜਾਵੇ, ਤੇ ਰਾਤ ਨੂੰ ਰਜਿਸਟਰੀ ਹੋ ਗਈ ਜੀ। ਆ ਮੇਰੇ ਨਾਲ ਬੈਠੇ ਨੇ ਜੀ। ਤੁਸੀਂ ਵੀ ਜੌਬ ਕਰਦੇ ਸੀ? नहीं, मेरे हस्बैंड करते थे। ਅੱਛਾ ਜੀ। ਫਿਰ ਹੁਣ और उनको मतलब जबरन ऐसे साइन कराया गया अपने तरफ से, फिर काफ़ी तकलीफ़ें दी गई, इस कारण मतलब टेंशन में आकर डिप्रेशन से आकर उनकी डेथ हो गई 1 साल बाद। ਡੈਥ ਹੋ ਗਈ ਸੀ। हाँ जी, 1 साल बाद डेथ हो गई। काफ़ी टेंशन में होते हैं, हमारे बच्चे पढ़ने वाले थे तीनों। ਫਿਰ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? जैसे तैसे करके बच्चे अपनी पढ़ाई छोड़ के मतलब इधर उधर जॉब करके, कभी ट्यूशन करा के अपनी पढ़ाई भी पूरी कर रहे हैं और मतलब घर भी देख रहे हैं मुश्किल से। ਮੁਸ਼ਕਿਲ ਹੁੰਦਾ ਹੋਣਾ। काफ़ी मुश्किल होती है घर चलाना। हाँ जी, यहाँ किराए पे रहो, इधर करो, फिर बच्चों को पढ़ाई लिखाई सब कुछ मुश्किल होती है। ਤੁਸੀਂ ਵੀ ਵੀਰ ਜੀ ਮੁਲਾਜ਼ਮ ਸੀ? ਹਾਂਜੀ ਕੀ ਤੁਹਾਡੇ ਨਾਲ ਵੀ ਕੋਈ ਇਦਾਂ ਦੀ ਘਟਨਾ ਵਾਪਰੀ ਹੈ ਜਦੋਂ ਧੱਕੇ ਨਾਲ ਸਾਈਨ ਕਰਾਏ ਗਏ? ਹਾਂਜੀ, ਸਾਰਿਆਂ ਨਾਲ ਹੋਇਆ, ਇੱਕ ਨਾਲ ਨਹੀਂ ਹੋਇਆ ਜੀ, ਇਹ ਸਾਰਿਆਂ ਨਾਲ ਹੀ ਹੋਇਆ। ਮਤਲਬ ਇਸ ਤਰੀਕੇ ਨਾਲ ਹੋਇਆ ਇਹ ਕਰਕੇ ਬੰਦਿਆਂ ਨੂੰ ਬਿਠਾ ਕੇ ਨਹੀਂ ਸਹਿਨ ਕਰਦੇ ਤਾਂ ਉਹਨਾਂ ਨੂੰ ਬਿਠਾ ਦਿੰਦੇ, ਕਿਸੇ ਨੂੰ ਅੱਗੇ ਖੜਾਤਾ, ਕਿਸੇ ਨੂੰ ਕਿਤੇ ਖੜਾਤਾ, ਕਿਸੇ ਨੂੰ ਕਿਤੇ ਖੜਾਤਾ। ਕੁਝ ਸਾਡੇ ਸਾਥੀਆਂ ਨੂੰ ਤਾਂ ਪੈਸਾ ਵੀ ਨਹੀਂ ਮਿਲਿਆ ਹਲੇ, ਜਿਹੜਾ ਇਹਨਾਂ ਨੇ ਦਿੱਤਾ ਥੋੜ੍ਹਾ ਬਹੁਤਾ। ਹੇਰਾ ਫੇਰੀ ਇੰਨੀ ਹੋਈ ਹੈ। ਅਸੀਂ ਤਾਂ ਇਹ ਕਹਿਣਾ ਕਿ ਚਾਹੁੰਦੇ ਹਾਂ, ਜਦੋਂ ਇਹ ਹੁਣ IAS ਅਫਸਰ ਜਾ ਕੇ ਉੱਥੇ ਸਟ੍ਰਾਈਕ ਦੇ ਬੈਠੇ ਆ, ਜਾਂ ਭਗਵੰਤ ਮਾਨ ਕੋਲੋਂ ਕੋਈ ਹੈ, ਜਦੋਂ ਅਸੀਂ ਇੱਥੇ ਤਰਲੇ ਕੱਢ ਰਹੇ ਸੀਗੇ, ਸਾਰੇ ਮੰਤਰੀਆਂ ਨੂੰ ਲੈਟਰ ਪਾ ਰਹੇ ਸੀ, ਤੁਹਾਨੂੰ ਦੱਸ ਕੇ ਗਏ ਆ JP ਜੀ, ਉਦੋਂ ਕਿਉਂ ਨਹੀਂ ਕੋਈ ਆਇਆ? ਉਦੋਂ ਕੋਈ ਨਹੀਂ, ਕੋਈ ਸਟ੍ਰਾਈਕ ਦੇ ਬੈਠਾ, ਜਾਂ ਉਦੋਂ ਕੋਈ ਨਹੀਂ ਅਫਸਰ ਉੱਠਿਆ, ਉਦੋਂ ਕਿੱਥੇ ਮਰ ਗਏ ਇਹ ਸਾਰੇ? ਇਹ ਖਾਣ ਆਪਣੇ ਬੱਚਿਆਂ ਦੀ ਸੋਵਾ, ਕੁਛ ਅਸੀਂ ਆ ਕੇ ਅਸੀਂ ਕੋਈ ਇਹਨਾਂ ਦੀ ਹੈਲਪ ਕੀਤੀ ਆ? ਕਿਸੇ ਨੇ ਕੋਈ ਸਾਡੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਸਾਡੀ। ਤਾਂ ਹੀ ਤੜਫ ਰਹੇ ਆ ਲੋਕੀ ਉਰੇ ਖੜੇ ਇੰਨੀ ਠੰਡ ਦੇ ਵਿੱਚ। ਤੇ 5-6 ਬੰਦੇ ਦਾ ਜੀ ਇਹਨਾਂ ਨੇ 13 ਚ 2013 ਚ ਉਹਨਾਂ ਨੂੰ ਸਸਪੈਂਡ ਕਰਕੇ, ਜਨਰਲ ਸੈਕਟਰੀ ਸੀਗੇ ਮੇਰੇ ਨਾਲ ਤੇ ਮੈਂ ਵਰਕਿੰਗ ਕਮੇਟੀ ਮੈਂਬਰ ਸੀਗਾ ਜੀ, ਤੇ 5 ਬੰਦੇ ਸਾਡੇ ਨਾਲ, 3 ਬੰਦੇ ਹੋਰ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ 13 ਚ ਹੀ ਸਸਪੈਂਡ ਕਰਤਾ। ਵੀ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਸੀਗੇ ਉਹਨਾਂ ਨੂੰ ਸਸਪੈਂਡ ਕਰਕੇ ਇਮੀਡੀਏਟਲੀ ਗੇਟ ਰੋਕਦਾ, ਉਹਨਾਂ ਦੀ ਇਨਕੁਆਰੀ ਕਰਕੇ, ਝੂਠੀ ਇਨਕੁਆਰੀ ਕਰਕੇ, ਆਪੇ ਸਾਈਨ ਕਰਕੇ ਉਹਨਾਂ ਦੇ, ਤੇ ਉਹਨਾਂ ਨੂੰ ਕੋਰਟ 'ਚ ਬਸ ਕੇਸ ਵਾਸਤੇ ਭੇਜਤਾ ਵੀ ਤੁਸੀਂ ਕੋਰਟ 'ਚ ਕੇਸ ਲੜੀ ਜਾਓ। ਇਹ ਤਾਂ ਫਿਰ ਹੁਣ ਗੁਜ਼ਾਰਾ ਕਿੱਦਾਂ ਹੁੰਦਾ? ਹੁਣ ਜੌਬ ਤੁਹਾਡੀ ਚਲੀ ਗਈ, ਹੁਣ ਕੀ ਕਰਦੇ ਹੋ? ਜੋਬ ਤਾਂ ਜੀ ਹੋਰ ਕੰਮ ਕਿਤੇ ਛੋਟਾ ਮੋਟਾ ਕੰਮ ਕਰ ਰਹੇ ਨੇ ਜੀ, ਕੰਮ ਤਾਂ ਹੁਣ ਕਰਨਾ ਹੀ ਪੈਣਾ ਜੀ। ਦੇਖੋ ਪੇਟ ਪਾਲਣ ਵਾਸਤੇ ਤਾਂ ਬੱਚੇ, ਜਦੋਂ ਜਿਹੜੀ ਸੈਲਰੀ ਬਿਲਕੁਲ ਬੰਦ ਹੋ ਗਈ ਹੋਣੀ ਆ, ਗੁਜ਼ਾਰਾ ਤਾਂ ਬੜਾ ਮੁਸ਼ਕਲ ਹੋ ਗਿਆ ਹੁਣ। ਮਹਾਰਾਜ ਕਿੱਥੇ ਹੋ ਜਾਂਦਾ ਜੀ, ਗੁਜ਼ਾਰਾ ਔਖਾ ਹੀ ਹੋਊਗਾ। ਕਿੱਥੇ 25,000 ਦੀ ਨੌਕਰੀ ਛੱਡ ਕੇ 10,000 ਤੇ ਆ ਗਏ ਤਾਂ ਗੁਜ਼ਾਰਾ ਔਖਾ ਹੀ ਹੋਊਗਾ। 5-5 6-6 ਮਹੀਨੇ ਲੋਕ ਵਿਹਲੇ ਘੁੰਮੇ ਆ ਕਿੱਥੇ ਨੌਕਰੀ। ਪੰਜਾਬ ਦੇ ਵਿੱਚ ਤਾਂ ਵੈਸੇ ਹੀ ਨਹੀਂ ਇੰਡਸਟਰੀ ਰਹੀ। कोई फर्क नहीं पड़ा उन्होंने। फर्क तो हमें पड़ा जी, जो हमारे आदमी चले गए, हमारे बारे में सोच नहीं रहे, कुछ बोल नहीं रहे। हम तो भगवंत मान भी बोल रहे कि वो भी हमारे बारे में सोचे, और इस कागज़ को देखे कि हमारा आदमी की डेथ होगी, हमारे क्या होगा, कि हमारे बच्चों के बारे में क्या सुनाई है, क्या हमारे भाइयों के बारे में क्या सुनाई है, कोई सुनाई नहीं है, है ना। जेलों ਦੇ ਵਿੱਚ वो हमारे घरों आके जान के देखे, हमारे घरों हमारे चूल्हे जल रहे हैं या नहीं जल रहे हैं, किसी को क्या पता कि जल रहे हैं कि नहीं जल रहे। हम सब्जी नाल रोटी खा रहे हैं या नमक नाल रोटी खा रहे हैं, कौन देख रहा हमें? कोई देख रहा हमें? अपने अपने वो करके दब के बैठ गए, ना भाइयों के बारे में सोचा, ना हमारे यार। ਬੱਚੇ ਤੁਹਾਡੇ ਕਿੰਨੇ ਬੱਚੇ ਆ? मेरे 4 बच्चे हैं जी। ਕੀ ਕਰਦੇ ਆ ਹੁਣ? क्या करना, बस यहीं बेले फिर जाते, बस क्या करना। और ਰੁਜ਼ਗਾਰ ਨਹੀਂ, ਘਰ ਦੀ ਆਰਥਿਕਤਾ ਕਿਵੇਂ ਚੱਲਦੀ ਹੈ? पढ़ाई लिखाई के टाइम पे फैक्ट्री बंद हो गई, तो हमने पढ़ाने कहाँ से थे बच्चे? ਫਿਰ ਹੁਣ ਪੈਸੇ ਕਿੱਥੋਂ ਆਉਂਦੇ ਆ? ਖਰਚਾ ਕਿੱਥੋਂ ਆਉਂਦਾ? कि कहीं से भी नहीं आते जी, ऐसे ही कर लेते बस। कभी भाई देते, बहन ने देते, कोई देता, गुजारा कर लेते भी, क्या करे।
अपने बारे में तो कुछ सोचा ही नहीं। लोगों ने अपने घर दबे, अपने घर भरे, अपने प्रॉपर्टियाँ बढ़ाई, सब कुछ बढ़ाया। गरीबों के बारे में क्या सोचा? कुछ नहीं सोचा। ਭਗਵੰਤ ਮਾਨ हम तो ਦੀ ਸਰਕਾਰ ਤੋਂ ਕੀ ਆਸ ਕਰਦੇ ਹੋ? हम तो भगवान मान ने यही बोलना चाह रहे कि हमारे बारे में, विधवाओं के बारे में सोचो। हमारे आदमी नहीं है, जो लोग इतने पैसे खा के बैठ गए वो हमारे आदमी को वापस कर देंगे। चलो हम छोड़ देंगे उनको, वो हमारे आदमी को वापस कर देंगे। ਉਹਨਾਂ ਦੀ ਮੌਤ ਕਿੱਦਾਂ ਹੋਈ ਕਿੱਦਾਂ? डेथ उन्होंने टैक आया जी, टैक आया उन्होंने। टेंशन होगी ना। फिर ज़्यादा लोग जब नौकरी नहीं मिली तो टेंशन तो होनी थी, नौकरी नहीं मिली टेंशन तो होनी थी। बस हम तो यही भगवंत मान यही विनती करे बाजी नू भी अपने बारे में सोचो, इन भाइयों के बारे में सोचो भी जो ये भी रोटी खाने जो के ਕਿੰਨੇ ਬੰਦਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਜੀ? 70 ਬੰਦੇ ਮਰ ਚੁੱਕੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ। ਕਾਰਨ ਕੀ ਰਿਹਾ ਸਾਰਿਆਂ ਦਾ? ਕਾਰਨ ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਕਿਸੇ ਨੂੰ ਟੈਨਸ਼ਨ ਹੋ ਗਈ, ਕਿਸੇ ਨੂੰ ਕੁਝ ਹੋ ਗਿਆ, ਕਿਸੇ ਨੂੰ ਕੁਝ ਹੋ ਗਿਆ। ਜਿਹੜਾ ਬੰਦਾ ਵਿਹਲਾ ਬਹਿ ਜਾਂਦਾ ਉਹ ਡਿਪਰੈਸ਼ਨ 'ਚ ਆ ਜਾਂਦਾ। ਇਹ ਵੀ ਨਹੀਂ ਘਾਟੇ 'ਚ ਚੱਲ ਰਹੀ ਹੈ ਜੀ ਕੰਪਨੀ। 36 ਦੇਸ਼ਾਂ 'ਚ ਨੰਬਰ 1 ਸੀਗੇ, ਬੈਂਚਮਾਰਕ ਸੀਗੀ ਕੰਪਨੀ ਜੀ। ਸਾਨੂੰ ਇਹੀ ਕਿਹਾ ਕਿ ਔਰ ਇਹਨਾਂ ਨੇ ਦਿਨਾਂ ਦੇ ਵਿੱਚ ਬੰਦ ਕੀਤੀ ਹੈ। ਇਹਨਾਂ ਨੇ ਸਕੀਮਾਂ ਲਗਾ ਕੇ ਬਸ ਪਹਿਲਾਂ ਕਿਸੇ ਜਿਹੜੇ ਬੰਦੇ ਥੋੜੇ ਵਿਚਾਰੇ ਵੀਕ ਸੀਗੇ, ਕਿਸੇ ਨੂੰ ਕੋਈ ਬਿਮਾਰੀ ਸੀ, ਪਹਿਲਾਂ ਉਹਨਾਂ ਨੂੰ ਨੱਥ ਪਾ ਲਈ ਹੈ। ਹੌਲੀ ਕਰਕੇ ਇਹਨਾਂ ਨੇ ਸਾਰੇ ਬੰਦੇ ਕੱਢ ਦਿੱਤੇ। ਆਪਣੇ ਵਾਸਤੇ ਤਾਂ 100 ਬੰਦੇ ਘੱਟ ਕਰਨ ਵਾਸਤੇ, 100 ਬੰਦੇ ਤੋਂ ਘੱਟ ਕਰਨ ਵਾਸਤੇ ਇਹਨਾਂ ਨੇ ਹੌਲੀ ਸਾਰੇ ਨੱਥ ਹੌਲੀ ਕਰਕੇ ਸਾਰੇ ਜੀਐਸਟੀ 'ਚ ਵੀ ਘਪਲਾ ਕਰਿਆ ਹੁਣ ਇਹਨਾਂ ਨੇ। ਜੇ ਤਾਂ ਕੰਪਨੀ ਸਿੱਖ ਹੋਵੇ, ਸਿੱਖ ਸ਼ੋਅ ਕੀਤੀ ਹੋਵੇ, ਕੰਪਨੀ ਨੇ ਕਿਤੇ ਪਰਮਿਸ਼ਨ ਨਹੀਂ ਲਈ ਬੰਦ ਕਰਨ ਵਾਸਤੇ। ਪੰਜਾਬ ਗਵਰਨਮੈਂਟ ਦਾ ਕੋਈ 25 ਉਹਦਾ ਚਲਾਨ ਹੋਇਆ ਵਾ ਕੰਪਨੀ ਦਾ, 120 ਦਾ ਕੰਮ ਹੋਇਆ ਸਾਰਾ 420 ਦੇ ਵਿੱਚ ਹੋਇਆ। ਇੱਕ ਕਿਸੇ ਦੇ ਨਾਮ ਇਹਦੇ ਵਿੱਚ ਸਾਡੇ ਜਿਹੜੇ ਯੂਨੀਅਨ ਦੇ ਲੀਡਰ ਸੀ ਉਹ ਵੀ ਵਿੱਚ ਰਲੇ ਹੋਏ ਸੀਗੇ। ਇੱਥੇ ਤਾਂ ਇੰਨੇ ਕੇਸ ਚੱਲਦੇ ਹੋਏ ਫਿਰ ਵੀ ਰਜਿਸਟਰੀ ਕਰਤੀ ਹੈ ਜੀ। ਸਭ ਤੋਂ ਬੜੀ ਗੱਲ ਤਾਂ ਇਹ ਹੈ ਵੀ ਸਾਰਾ ਪ੍ਰਸ਼ਾਸਨ ਹੀ ਨਾਲ ਰਲਿਆ ਹੋਇਆ ਹੈ। ਹੁਣ ਫਿਰ ਸਟਰਗਲ ਚੱਲਦੀ ਰਹੂਗੀ। ਜਦੋਂ ਕਿਰਤ ਮੰਤਰੀ ਸੀਗਾ ਉਹਦੀ ਨੱਕ ਦੇ ਹੇਠਾਂ ਕੰਪਨੀ ਬੰਦ ਹੋਈ ਹੈ। ਉਸ ਟਾਈਮ ਉਹ ਕਿਰਤ ਮੰਤਰੀ ਸੀਗਾ। ਪੁੱਛਿਆ ਜਾਵੇ ਨਾ ਇਹਨਾਂ ਨੂੰ ਬਿਠਾ ਕੇ, ਸਾਰੇ ਨਾਲ ਰਲੇ ਹੋਏ ਜੀ, ਉੱਪਰ ਤੋਂ ਲੈ ਕੇ ਸਾਰੇ ਰਲੇ ਹੋਏ ਆ। ਹੁਣ ਸਾਨੂੰ ਤਾਂ ਇਹ ਤਾਂ ਹੀ ਅੱਜ ਮੁਲਾਜ਼ਮ ਸੀ ਜੀ। हाँ जी, मैं भी फिलिप्स का जो मुलाजिम था। और आपके जो मीडिया है, मीडिया जो है हमारे देश का चौथा स्तंभ है, बहुत मजबूत स्तंभ है। मैं मीडिया की तरफ से एक छोटा सा बात आपके माध्यम से जो है सरकार तक पहुंचाने की कोशिश करूंगा कि भगवंत मान जी अगर ये सोच रहे हैं कि ये आम जनता का नाम लोगों ले करके कि हम आम जनता के लिए खड़े हैं, ठीक है। पंजाब में जो बदलाव का हमने सोच अपनाया और बदलाव लाए, तो कांग्रेस की सरकार में भी और अकाली की भी सरकार में भी मज़दूरों के हक में कोई फैसला नहीं हुआ है। आज भी मज़दूर रोड पे है और आने वाले समय में भी जो हालात और जो ISPCOs की धक्काशाही हो रही है, जिस तरीके का जो है मतलब टार्चर किया जा रहा है एक तरीके से, तो मुझे पूरा लगता है कि ये न्याय जो है मज़दूरों के हक में नहीं हो रहा है। और भगवंत मान जी इतना ज़रूर आप बात का ध्यान रखिएगा कि अगर आम जनता अगर रोड पे उतरती है और जब वो चिल्लाती है तो भूचाल आना निश्चित है, इसमें कोई परिवर्तन नहीं है। आपको हमने 5 साल कुर्सी दिया, आप राज कर रहे हैं, लेकिन ये मत भूलिएगा और दोबारा फिर हाथ जोड़ के मत आइएगा आम जनता के पास। क्यों कि आम जनता अपना हक लेने के लिए आज हम आपके सामने खड़े हैं रोड पे, कल को हम अपने सीने के ऊपर गोली भी खा सकते हैं, इतना हमारे अंदर है। मजदूर लोहा को पिघला करके बड़ी बड़ी मीनारें बना देता है। मजदूर अगर पिघलाना शुरू कर दे तो ज़मीन फाड़ करके बड़े से बड़े करप्शन को भी दफन कर देगा। लेकिन सबसे बड़ा इसमें योगदान आप लोग जो होते हैं, उनसे यही रिक्वेस्ट है कि कम से कम ये खबर उनके टेबल तक जाना चाहिए। पहली बात, 70 जो IAS और PCS अधिकारी मिल करके गए हैं अपने बचाव के लिए, तो सोचिए कि 70 के पीछे कितने जीरो लग जाएंगे, और वो जीरो सिर्फ मजदूरों का है। वो सब मजदूर हैं, चाहे वो कलकत्ता से हो, चाहे वो वेस्ट बंगाल से, कहीं से भी हो। क्योंकि फिलिप्स में पर्सनली सिर्फ एक स्टेट के एम्प्लॉयज़ नहीं थे, सभी स्टेट के एम्प्लॉयज़ हैं और सभी के साथ इन लोगों ने धक्काशाही किया। पहली बात, यहाँ तक कि अगर कोई एम्प्लॉयज़ नहीं अगर किसी प्रकार का उनकी बात में सहमति जताता था, तो ये क्या करते थे कि उसके रिलेटिव को घर से बुलाते थे, पता करो कि इसके आसे पास रिश्तेदार कौन है, उन्होंने लेके आओ। अच्छा, उसके बाद ये सारी हालत, इसके ऊपर देखो लोन है कि नहीं, इसने कर्ज में क्या लिया है क्या नहीं। इनके पीछे अपने बंदे छोड़ करके फिलिप्स मैनेजमेंट ने और जो भी उनके मतलब मुखिया थे, ये सारी चीज़ों के उन्होंने कलेक्ट किया और ऑफिस में एक एक बंदे को बुलाकर कि अगर साइन कर देते हो तो तुमको पैसे मिलेंगे, अगर साइन नहीं करोगे तो तुम कानूनी केस लड़ना। अब ये बताइए कि जिस इंसान के पास पेमेंट क्या थी, कुछ नहीं थी, अगर एक आम मजदूर है, उसके 4 बच्चे हैं, तो घर में वो जेन्युइन तरीके से क्या कर सकता है?
कितनी बार केस लड़ेगा? प्रॉपर्टी उसके पास नहीं है, मकान जो लिया है वो लोन है, और लोन का जैसे ही आपको पता चला तो आपने क्या किया? आपने उसकी मुंडी पकड़ के ऐंठ दी ताकि वो हमारे शिकंजे में आ जाए। और रहेगी सवाल कि बचाने वाला कौन आएगा? ये मेरा साथी, यही लोग आएंगे बचाने। इन सबकी मुंडियाँ तुमने मरोड़ दी अकेले बुला बुला करके। ये कौन सा जो है मजदूरों के हक में फैसला हुआ? पहली बात यही नहीं समझ में आया। और ऐसी बात नहीं है कि सरकार के पास लगातार हम दौड़ रहे हैं, मेहनत कर रहे हैं, लेकिन हमें हर तरीके से मायूसी मिल रही है। एक थोड़ा सा काम जो हुआ है विजिलेंस की तरफ से काफ़ी जो सराहनीय है और प्रशंसनीय है, वंदनीय है, और इसको सम्मान देते हैं कि कम से कम इतना सुनने वाला भी कोई अधिकारी आ गया। लेकिन सोचने वाली ये बात है कि 700 एम्प्लॉई, जो भी 1500 एम्प्लॉइज़ हैं, उनके साथ कॉन्ट्रैक्ट बेस पे भी बहुत से लोग लगे हुए थे। तो ये बताइए कि आप 70 आदमी को तो मान साहब आप सुन रहे हो, लेकिन ये भी एक सुन लेना कि आग लगाना होता है तो ज़रूरी नहीं कि पेट्रोल गिराना है। माचिस की एक तीली चिंगारी, मजदूर चिंगारी है, अगर जिस दिन इस चिंगारी ने आग पकड़ ली तो आपकी कुर्सी जो है मिट्टी में मिल जाएगी, आप कुछ नहीं कर पाओगे। और सुनी तुसी गलबात सारी मजदूरां दे नाल कि किस तरीके नाल धक्के नाल इस युनिट ਨੂੰ ਬੰਦ ਕਰਕੇ ਮਜ਼ਦੂਰਾਂ ਨੂੰ ਬੇਰੁਜ਼ਗਾਰ ਕੀਤਾ ਗਿਆ, ਜਿਹੜੇ ਬੜੇ ਤਰਸਯੋਗ ਹਾਲਤ ਨੇ। 70 ਦੇ ਕਰੀਬ ਮਜ਼ਦੂਰ ਜਿਹੜੇ ਖੁਦਕੁਸ਼, ਜਿਹੜੇ ਕਿ ਹਾਰਟ ਅਟੈਕ ਨਾਲ ਜਾਂ ਹਾਈਪਰ ਟੈਂਸ਼ਨ ਦੇ ਨਾਲ ਆਪਦੀ ਜ਼ਿੰਦਗੀ ਤੋਂ ਹੱਥ ਧੋ ਚੁੱਕੇ ਆ। ਪਰਿਵਾਰਾਂ ਦਾ ਗੁਜ਼ਾਰਾ ਬੜਾ ਮੁਸ਼ਕਲ ਨਾਲ ਹੋ ਰਿਹਾ। ਜਦੋਂ ਕਿਸੇ ਵੀ ਦੇਸ਼ ਨੇ ਵਿਕਾਸ ਕਰਨਾ, ਉੱਥੋਂ ਦੀ ਇੰਡਸਟਰੀ ਦਾ ਵਿਕਾਸ ਕਰਨਾ ਜ਼ਰੂਰੀ ਹੁੰਦਾ। ਸਰਕਾਰ ਨਿੱਤ ਬਿਆਨ ਵੀ ਦੇ ਰਹੀ ਆ ਕਿ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਆਉਣ ਲਈ ਸਰਕਾਰ ਕੋਸ਼ਿਸ਼ਾਂ ਕਰ ਰਹੀ ਆ। ਅਸੀਂ ਵੱਡੇ ਵੱਡੇ ਸਮਝੌਤੇ ਕੀਤੇ ਜਾ ਰਹੇ ਤਾਂ ਕਿ ਇੰਡਸਟਰੀਲਿਸਟ ਇੱਥੇ ਆਪਣੀ ਇੰਡਸਟਰੀ ਲਾਉਣ, ਪਰ ਇੱਕ ਪਾਸੇ ਅਖਬਾਰਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇੰਡਸਟਰੀ ਨੂੰ ਪੰਜਾਬ 'ਚ ਲੈ ਕੇ ਆਵਾਂਗੇ, ਦੂਜੇ ਪਾਸੇ ਚੱਲ ਰਹੇ ਮੁਨਾਫੇ ਵਾਲੇ ਯੂਨਿਟ ਜਿਹੜੇ ਸਿੱਖ ਨਹੀਂ ਸੀ ਉਹਨਾਂ ਨੂੰ ਬੰਦ ਕਰਕੇ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਜਾਂਦਾ। ਇਹ ਕਹਿਣੀ ਤੇ ਕਰਨੀ ਦੇ ਵਿੱਚ ਜਿਹੜਾ ਫਰਕ ਆ ਉਹ ਕਿਤੇ ਨੀਅਤ ਨੂੰ ਸਪਸ਼ਟ ਕਰਦਾ। ਜੁੜੇ ਰਹੋ ਰੇਡੀਓ ਸਪਾਈਸ ਦੇ ਨਾਲ। ਮੈਂ ਕਰਮ ਸਿੱਖਾ, ਕੈਮਰਾਮੈਨ ਰਾਹੁਲ ਦੇ ਨਾਲ।